ਕੀ ਜਿਹੜੇ ਕੋਰਟ ਦੇ ਵਿੱਚ ਮੇਜਰ ਇਸ਼ੂਜ਼ ਜੇ ਡਾਕੂਮੈਂਟਸ ਨੂੰ ਲੈ ਕੇ ਜਾਂ ਹੋਰ ਆ ਉਹ ਦੇਖਣ ਨੂੰ ਮਿਲ ਰਹੇ? ਉਹ ਦੇਖੋ ਇਹਦੇ ਵਿੱਚ ਕਈ ਵਾਰੀ ਹੁਣ ਜਿਹੜੇ ਹੁਣ ਸਰਕਾਰੀ ਵਕੀਲ ਵੀ ਕਈ ਵਾਰੀ ਡੀਲ ਉਹਨਾਂ ਨਾਲ ਕਰਦੇ ਰਹੀਦਾ ਹੈ ਨਾ ਰੋਜ਼ਾਨਾ, ਉਹ ਵੀ ਕਹਿ ਲਓ ਸੱਜਣ ਮਿੱਤਰ ਤਾਂ ਨਹੀਂ, ਪਰ ਪ੍ਰੋਫੈਸ਼ਨਲ ਐਕੁਐਂਟੈਂਸ ਜਿਹੜੇ ਬਣ ਜਾਂਦੇ ਆ। ਹਾਂਜੀ। ਤੁਸੀਂ ਦੇਖਦੇ ਆ ਕਿ ਥੋੜਾ ਜਿਹਾ ਪਤਾ ਲੱਗ ਜਾਂਦਾ ਤੁਹਾਨੂੰ ਕਿ ਯਾਰ ਕਿਹੜਾ ਬੰਦਾ ਕਿੱਦਾਂ ਕੇਸਿਸ ਨੂੰ ਹੈਂਡਲ ਕਰਦਾ, ਤੇ ਜ਼ਿਆਦਾਤਰ ਡਾਕੂਮੈਂਟਸ ਦੇ ਪਿੱਛੇ ਬਹੁਤ ਪੈਂਦੇ ਆ ਜਿਹੜੇ ਸਰਕਾਰੀ ਵਕੀਲ ਆ। ਤੇ ਬੇਸਿਕਲੀ ਇਹ ਲੱਗਦਾ ਕਿ ਕਾਫੀ ਸਾਰੇ ਲੋਕੀ ਨਕਲੀ ਵੀ ਲਾ ਦਿੰਦੇ ਆ, ਮੈਡੀਕਲ ਲੈਟਰਾਂ ਲੂਟਰਾਂ, ਇਹ ਉਹ ਡੋਨੇਸ਼ਨ ਰਸੀਦਾਂ। ਤੇ ਹਰਿਆਣੇ ਵਾਲੇ ਕੇਸ ਜਿਹੜੇ ਖਾਸ ਕਰਕੇ ਆ ਉਹਦੇ ਵਿੱਚ ਪਾਰਟੀ ਨੇ ਉਹਨਾਂ ਦੇ ਨੇ ਕਿਹਾ ਸੀਗਾ ਕਿ ਲੈਟਰ ਆਪਾਂ ਇਸ਼ੂ ਨਹੀਂ ਕਰਦੇ, ਫਰਾਡ ਆ, ਤਾਂ ਵੀ ਉਹ ਕਹਿੰਦਾ ਸਰਕਾਰੀ ਵਕੀਲ ਕਿ ਲੋਕੀ ਜਮ੍ਹਾਂ ਕਰਾਈ ਜਾ ਰਹੇ ਆ। ਅੱਛਾ। ਹਾਂਜੀ, ਡਾਕਟਰਾਂ ਦੀਆਂ ਲੈਟਰਾਂ ਉਹਦੇ ਵਿੱਚ ਜਿੱਦਾਂ ਕਈ ਵਾਰੀ ਸਿਗਨੇਚਰ ਪ੍ਰਿੰਟ ਕੀਤੇ, ਫੋਟੋਸ਼ਾਪ ਕੀਤੇ, ਫੋਟੋਆਂ ਜਿਹੜੀਆਂ ਆਪਣੀਆਂ ਫੋਟੋਸ਼ਾਪ ਕਈ ਵਾਰੀ ਸਾਹਮਣੇ ਆਉਂਦੀਆਂ, ਬੜਾ ਜਿੱਦਾਂ ਵੇਖ ਕੇ ਨਾ ਕਿ ਬੰਦਾ ਕਹਿੰਦਾ ਯਾਰ, ਈਵਨ ਐਜ਼ ਅ ਲਾਇਰ ਬੰਦਾ ਕਹਿੰਦਾ ਆ ਕੀ ਯਾਰ, ਲੈ ਜਾ ਆਪਣੀ ਫਾਈਲ ਫੁਲ ਕਿਤੇ ਹੋਰ, ਹੈ ਨਾ। ਤੇ ਕੁਆਲਿਟੀ ਆਫ ਜਿਹੜੇ ਕਹਿ ਲਓ ਕਿ ਇੱਦਾਂ ਦੇ ਬੜੇ ਮਤਲਬ ਹੁਣ ਕਈ ਵਾਰੀ ਆਪਾਂ ਤਾਂ ਰਿਜੈਕਟ ਵੀ ਬੜੇ ਕੀਤੇ ਕਿ ਨਹੀਂ ਆਪਾਂ ਨਹੀਂ ਕੇਸ ਲੜਨਾ, ਹੈ ਨਾ, ਸਿੱਧੀ ਗੱਲ ਆ। ਤੇ ਉਹ ਕਈ ਵਾਰੀ ਉਹਨਾਂ ਨੇ ਅਪੀਲਾਂ ਪੁੱਲਾਂ ਦੇ ਵੀ ਵਿੱਚ ਆਉਂਦੇ ਆ, ਤੇ ਸਰਕਾਰੀ ਵਕੀਲ ਨੇ ਅੱਗੋਂ ਫੋਰੈਂਸਿਕਸ ਜਿੱਦਾਂ ਉਹਨਾਂ ਦਾ ਡਿਪਾਰਟਮੈਂਟ ਹੁੰਦਾ, ਉਹਨਾਂ ਨੂੰ ਓਬਵੀਅਸਲੀ ਉਹ ਜਿੱਦਾਂ ਵੇਖਣ ਨੂੰ ਕਈ ਵਾਰੀ ਪ੍ਰੋਬਲਮ ਉਹਨਾਂ ਨੂੰ ਲੱਗਦੀ ਆ ਕਿ ਫੋਟੋਸ਼ਾਪ ਆ ਜਾਂ ਸਿਗਨੇਚਰ ਦੀ ਪ੍ਰੋਬਲਮ ਆ ਜਾਂ ਪਰਚੀਆਂ ਡੋਨੇਸ਼ਨ ਰਸੀਦਾਂ ਕੀਤੀਆਂ, ਉਹ ਸਾਈਨ ਡੋਨੇਸ਼ਨ ਰਸੀਦਾਂ 5 ਸਾਲ ਦੀਆਂ ਸਾਰਿਆਂ ਦੇ ਸੇਮ ਹੀ ਸਾਈਨ, ਜਿੱਦਾਂ ਨਾ ਡੇਟ ਡੂਟ ਸਟਾਈਲ ਦਾ, ਇੱਦਾਂ ਕਿ ਇੱਕੋ ਟਾਈਮ ਜਿਹੜੇ ਕੀਤੇ ਹੋਏ ਆ, ਉਹ ਐਫੀਡੇਵਿਟ ਇੱਕੋ ਡੇਟ ਦੇ, ਨੋਟਰੀ ਸਾਰਿਆਂ ਦਾ ਇੱਕੋ ਆ। ਸੋ ਕਾਫੀ ਸਾਰੀਆਂ ਜਿਹੜੀਆਂ ਉਹਦੇ ਵਿੱਚ ਪ੍ਰੋਬਲਮਸ ਹੁਣ ਜਿਹੜੀਆਂ ਆ ਰਹੀਆਂ ਇਸ਼ੂਜ਼ ਹੁਣ ਜਿਹੜੇ ਮੋਸਟਲੀ ਕੋਰਟ ਦੇ ਵਿੱਚ ਆਹ ਵੇਖ ਰਹੇ ਆ ਕਿ ਕਈ ਵਾਰੀ ਦੇਖਦੇ ਆ ਕਿ ਬਹਿਸ ਹੁੰਦੀ ਹੈ ਕਿ ਸਰਕਾਰੀ ਵਕੀਲ ਨੇ ਸਾਰਾ ਜ਼ੋਰ ਜਿਹੜਾ ਡਾਕੂਮੈਂਟਸ ਦੇ ਉੱਤੇ ਲਾਇਆ ਹੁੰਦਾ ਕਿ ਪਾਰਟੀ ਦੀਆਂ ਲੈਟਰਾਂ, ਪਾਰਟੀ ਦੀਆਂ ਆਈਡੀਆਂ ਸਾਰੀਆਂ, ਹੈ ਨਾ, ਫੋਟੋਆਂ ਉਹਦੇ ਵਿੱਚ ਕਿੱਦਾਂ ਸੀਗੀਆਂ, ਐਫੀਡੇਵਿਟ ਕਿੱਦਾਂ ਸੀਗੇ, ਜਿਹੜੇ ਵਿਟਨੈਸ ਕਿਉਂ ਨਹੀਂ ਆਏ, ਕਿ ਜੇ ਗਵਾਹ ਤੁਹਾਡੇ ਦੇਸ਼ ਵਿੱਚ ਆ ਕਿ ਇੱਦਾਂ ਕਿਉਂ ਹੋ ਰਿਹਾ ਕਿ ਹਰੇਕ ਕੇਸ ਦੇ ਵਿੱਚ ਵਿਟਨੈਸ ਹੀ ਨਹੀਂ ਪੇਸ਼ ਹੋ ਰਿਹਾ, ਘਰ ਦੇ ਕਿਸੇ ਦੇ ਵੀ, ਡਾਕਟਰ ਕਿਸੇ ਦਾ ਗਵਾਹੀ ਨਹੀਂ ਦੇ ਰਿਹਾ, ਪਾਰਟੀ ਦਾ ਲੀਡਰ ਨਹੀਂ ਕਿਸੇ ਦੇ ਬਾਰੇ ਬੋਲ ਰਿਹਾ। ਸਭ ਤੋਂ ਕਈ ਵਾਰੀ ਜਿੱਦਾਂ ਜਿਹੜਾ ਚੰਗਾ ਸਰਕਾਰੀ ਵਕੀਲ ਵੀ ਆ, ਉਹ ਕਈ ਵਾਰੀ ਦੱਸ ਦਿੰਦਾ ਕਿ ਮੈਨੂੰ ਮੇਨ ਪ੍ਰੋਬਲਮ ਕਹਿੰਦਾ ਕੇਸ 'ਚ ਇਹ ਆ ਕਿ ਸਾਰੀਆਂ ਗਤੀਵਿਧੀਆਂ ਕਹਿੰਦਾ ਅਮਰੀਕਾ 'ਚ ਆ ਕੇ ਹੀ ਆ, ਸਾਰੇ ਰੈਕਡ ਜਿਹੜੇ ਅਮਰੀਕਾ 'ਚ ਆ ਕੇ ਹੀ ਆ, ਤੇ ਇੰਡੀਆ ਦੇ ਵਿੱਚ ਕਿਉਂ ਨਹੀਂ ਕੋਈ ਜਿੱਦਾਂ ਹੈਗਾ। ਕਹਿੰਦਾ ਹਰੇਕ ਬੰਦਾ ਸੇਮ ਜੀ ਗੱਲ ਕਿ ਸੋਸ਼ਲ ਮੀਡੀਆ ਨਹੀਂ ਮੈਂ ਚਲਾਉਣਾ ਹੀ, ਫੋਨ ਚੋਰੀ ਹੋ ਗਿਆ, ਹੈ ਨਾ। ਸੋ ਉਹ ਬੜਾ ਵੱਡਾ ਕੰਸਰਨ ਆ ਜੱਜਾਂ ਦਾ ਵੀ ਕਿ ਸਾਰੇ ਲੋਕੀ ਮਤਲਬ ਇੱਦਾਂ ਕਿੱਦਾਂ ਕਿ ਇੰਡੀਆ ਦੇ ਵਿੱਚ ਬੰਦਾ ਕਹਿ ਰਿਹਾ ਕਿ ਮੈਂ ਕਿਸਾਨੀ ਅੰਦੋਲਨ 'ਚ 3 ਸਾਲ ਰਿਹਾ, 2 ਸਾਲ ਰਿਹਾ, 1 ਸਾਲ ਰਿਹਾ, ਤੇ ਉਹਦੇ ਵਿੱਚ ਕੋਈ ਪ੍ਰੂਫ ਕਿਉਂ ਨਹੀਂ ਹੈਗਾ ਕਿ ਇੱਕ ਵੀ ਫੋਟੋ ਨਹੀਂ, ਇੱਕ ਵੀ ਸਪੀਚ ਦੀ ਉਹ ਨਹੀਂ, ਕਿ ਇੱਦਾਂ ਕਿੱਦਾਂ ਹੋ ਸਕਦਾ, ਹੈ ਨਾ। ਜਦ ਕਿ ਜੇ ਵੇਖਿਆ ਜਾਵੇ ਤਾਂ ਉਹ ਜਿਹੜਾ ਕਿਸਾਨੀ ਅੰਦੋਲਨ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਲਿਤ ਰਿਹਾ। ਹਾਂਜੀ, ਸੋ ਕੰਸਰਨ ਉਹੀ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਵਾਲੇ ਹੁਣ ਦੌਰ ਦੇ ਵਿੱਚ ਵੀ ਆਇਆ ਵਾ, ਉਹ ਮਤਲਬ ਇੱਦਾਂ ਕਿੱਦਾਂ ਹੋ ਸਕਦਾ ਕਿ ਉਹਨੇ ਗਤੀਵਿਧੀ ਕੋਈ ਵੀ ਨਾ ਕੀਤੀ ਹੋਵੇ। ਸੋ ਇੱਦਾਂ ਦੇ ਕੰਸਰਨ ਜਿਹੜੇ ਕਾਫੀ ਸਾਹਮਣੇ ਜਿਹੜੇ ਹੁਣ ਕੋਰਟ ਦੇ ਆ ਰਹੇ ਆ ਕਿ ਪ੍ਰੋਬਲਮ ਉਹਨਾਂ ਨੂੰ ਵੀ ਬੜੀ ਜ਼ਿਆਦਾ ਬਣੀ ਹੋਈ ਹੈ ਕਿ ਹੁਣ ਇੰਨੇ ਜ਼ਿਆਦਾ ਲੋਕੀ ਆ ਕੇ ਸਾਰੇ ਸੇਮ ਚੀਜ਼ ਕਹੀ ਜਾ ਰਹੇ ਆ, ਕਿਹਦੀ ਗੱਲ ਸੁਣੀਏ ਤੇ ਕਿਹਦੀ ਨਾ ਸੁਣੀਏ, ਕੌਣ ਸੱਚਾ ਤੇ ਕੌਣ ਸੱਚਾ, ਹੈ ਨਾ। ਤੇ ਜਿੱਦਾਂ ਅਸੀਂ ਆਪਣਾ ਪਿਛਲੀ ਵਾਰੀ ਡਿਸਕਸ ਕੀਤਾ ਹੈਗਾ ਕੇਸ ਸੀਗਾ ਬੰਦੇ ਦਾ ਅੰਮ੍ਰਿਤਪਾਲ ਜੀ ਵਾਲਾ, ਤੇ ਉਹ ਜਦੋਂ ਡਾਇਰੈਕਟ ਐਵੀਡੈਂਸ ਹੁੰਦਾ ਬੜੇ ਜੱਜ ਐਪਰੀਸ਼ੀਏਟ ਕਰਦੇ ਆ, ਤੇ ਬੰਦੇ ਦੀ ਨੌਲੇਜ ਨੂੰ ਬੜਾ ਐਪਰੀਸ਼ੀਏਟ ਕਰਦੇ ਆ ਵੀ ਇਹਨੂੰ ਪਤਾ ਆ ਕੁਛ, ਇਹਨੂੰ ਪਤਾ। ਹਾਂਜੀ, ਤੇ ਆਹ ਜਿਹੜੀ ਪ੍ਰੋਬਲਮ ਜਿਹੜੀ ਇਸ਼ੂਜ਼ ਜਿਹੜੇ ਕੋਰਟ ਦੇ ਵਿੱਚ ਕਹਿਣਾ ਜੀ, ਲਾਈਕ ਤੁਹਾਨੂੰ ਹੁਣ ਇਹੀ ਚੀਜ਼ ਨੂੰ ਤਾਂ ਕਹਿੰਦਿਆਂ ਨੂੰ ਵੀ ਕਈਆਂ ਨੂੰ ਲੱਗਦਾ ਹੋਊਗਾ ਯਾਰ ਇਹ ਤਾਂ ਗੱਲਾਂ ਰਿਪੀਟ ਜੀਆਂ ਲੱਗਦੀਆਂ ਆ, ਪਰ ਇੰਨੇ ਸਾਲ ਹੋ ਗਏ ਤੁਹਾਨੂੰ ਵੀ ਇਹੀ ਚੀਜ਼ ਕਹਿੰਦੇ ਵੀ ਕੇਸ ਦੀ ਤਿਆਰੀ ਕਰੋ। ਕੀ ਕੋਈ ਫਰਕ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ? ਲੋਕ ਥੋੜਾ ਧਿਆਨ ਹੋਰ ਦੇ ਰਹੇ ਆ ਜਾਂ ਨਹੀਂ? ਕਿਉਂਕਿ ਵਿੱਚ ਜੇ ਤੁਸੀਂ ਉਹ ਵੀ ਦੱਸ ਰਹੇ ਸੀਗੇ ਵੀ ਕੁਛ ਅਜਿਹੇ ਲੋਕ ਵੀ ਆ ਜਿਹੜੇ ਕਹਿੰਦੇ ਵੀ ਅਸੀਂ ਤਾਂ ਘੁੰਮਣ ਫਿਰਨ ਹੀ ਆਏ ਆ। ਹਾਂਜੀ, ਆਪਣੇ ਲੋਕ ਮਤਲਬ ਹੁਣ ਜੱਜ ਵੀ ਕਈ ਵਾਰੀ ਕਹਿੰਦੇ ਕਿ ਸਾਹਮਣੇ ਕੋਰਟ ਰੂਮ 'ਚ ਪੱਟ ਤੇ ਥਾਪੀ ਮਾਰ ਕੇ ਬੁਰਾ ਕਰਕੇ ਤੇ ਸਾਹਮਣੇ ਭੰਗੜੇ ਵੀ ਪੈ ਰਹੇ ਹੁੰਦੇ ਆ ਕੋਰਟ ਦੇ ਵਿੱਚ ਕਈ ਵਾਰੀ, ਮਤਲਬ ਉਹੀ ਮਾਹੌਲ ਬਾਹਰ ਜਿਹੜਾ। ਹਾਂਜੀ, ਕਈ ਵਾਰੀ ਤਾਂ ਮਤਲਬ ਦੇਖ ਕੇ ਬੰਦਾ ਕਹਿੰਦਾ ਯਾਰ ਇਹ ਰਿਫਿਊਜੀ ਵਾਲੀ ਤਾਂ ਗੱਲ ਕੋਈ ਲੱਗਦੀ ਨਹੀਂ, ਤੇ ਕਈ ਕੁਛ ਜਿਹੜਾ ਦੇਖਣ ਨੂੰ ਮਿਲ ਰਿਹਾ ਵਾ। ਮਤਲਬ ਆਪਣੇ ਤੁਸੀਂ ਮਤਲਬ ਬੋਲਦੇ ਚਲੋ ਚੰਗਾ ਨਹੀਂ ਲੱਗਦਾ ਕਈ ਵਾਰੀ। ਮੈਂ ਕਿਹਾ ਪਾਰਕਿੰਗ ਲੋਟ ਦੇ ਵਿੱਚ ਜਿਹੜਾ ਉਹ ਹੈਗਾ ਨਾ, ਕਹਿੰਦਾ ਯਾਰ ਮਤਲਬ ਸਿਗਰਟਾਂ ਦੀ ਬਡਸ ਜਿਹੜੀਆਂ ਆਪਣੀਆਂ ਉਹ ਸੁੱਟੀ ਹੁੰਦੀਆਂ ਸਾਡੇ ਲਾਅ ਆਫਿਸ ਦੇ ਪਾਰਕਿੰਗ ਲੋਟ। ਤੁਸੀਂ ਲਾ ਲਓ ਕਿ ਜ਼ਿਆਦਾਤਰ ਕੇਸ ਜਿਹੜੇ ਪੰਜਾਬੀ ਆ,
ਮਤਲਬ ਇਹ ਤਾਂ ਦੱਸ ਰਿਹਾ ਕਿ ਵਕੀਲ ਆਪ ਹੀ ਮਤਲਬ ਖਿੜਕੀ ਬਾਹਰ ਬੰਦਾ ਬਾਹਰ ਦਿਖ ਰਿਹਾ ਤਾਂ ਬੰਦਾ ਉਹੀ ਹੈਗਾ ਯਾਰ। ਹੁਣ ਇਹ ਕਿ ਜਗ੍ਹਾ ਦੇਖੋ, ਉਹ ਦੇਖੋ, ਕੋਰਟ ਦੇ ਬਾਹਰ ਦੇਖੋ, ਮਤਲਬ ਇਹ ਚੀਜ਼ਾਂ ਜਿਹੜੀਆਂ ਕਹਿੰਦੇ ਵੀ ਬੰਦੇ ਨੂੰ ਚੰਗਾ ਨਹੀਂ ਲੱਗਦਾ, ਪਰ ਰਿਐਲਿਟੀ ਆ। ਤੁਸੀਂ ਹੁਣ ਕਹਿਣਾ ਕਹਿੰਦਾ ਵਾ, ਪਰ ਆਪ ਆ ਕੇ ਤੁਸੀਂ ਦੇਖੋਗੇ, ਆਪ ਤੁਸੀਂ ਮੇਰੇ ਨਾਲ ਕਹੋਗੇ ਕਿ ਯਾਰ ਅੱਛਾ ਏਦਾਂ ਵੀ ਹੋ ਰਿਹਾ। ਜਿਹੜੀ ਚੀਜ਼ ਹੁਣ ਆਪਾਂ ਸੋਸ਼ਲ ਮੀਡੀਆ ਤੇ ਹੁਣ ਮੈਂ ਕਿਹਾ ਉਹ ਕੈਨੇਡੀਅਨ ਰੌਲਾ ਪਾ ਰਹੇ ਆ ਕਿ ਏਦਾਂ ਏਦਾਂ ਹੋ ਗਿਆ, ਏਦਾਂ ਏਦਾਂ ਹੋ ਗਿਆ, ਵੇਖ ਕੇ ਤੁਸੀਂ ਵੀ ਕਮੈਂਟ ਮਾਰ ਦਿੰਦੇ ਹੋਗੇ। ਉਹ ਵੀ ਆਪਣਾ ਜਿਹੜਾ ਸੇਮ ਹੀ ਸੀ ਨਾ, ਉਹਦੇ ਵੀ ਆਪਣਾ ਹੁਣ ਫਰੈਜ਼ਨੋ ਕਿਹੜਾ ਮਤਲਬ ਅਲੱਗ ਕੋਈ ਤਾਂ ਨਹੀਂ ਹੈਗਾ। ਤੇ ਕਾਫੀ ਜਿਹੜੀ ਹੁਣ ਇਹ ਹੈ ਕਿ ਕੁਆਲਿਟੀ ਆਫ ਕਲਾਇੰਟਸ 'ਚ ਵੀ ਬੜੀ ਜਿਹੜੀ ਪ੍ਰੋਬਲਮ ਆ ਰਹੀ ਹੈ, ਕਿਉਂਕਿ ਦੇਖੋ ਇਹਨਾਂ ਨੇ ਇੱਕ ਸਿਸਟਮ ਬਣਾਇਆ। ਇਹਨਾਂ ਨੇ ਸਿਸਟਮ ਇਹ ਬਣਾਇਆ ਕਿ ਭਾਈ ਜੇ ਕਿਸੇ ਨੂੰ ਪ੍ਰੋਬਲਮ ਆ, ਤੁਸੀਂ ਸਾਨੂੰ ਉਹਨਾਂ ਨੇ ਅਸਾਈਲਮ ਜਿਹੜਾ ਹੈਗਾ ਉਹਦੀ 10% ਪ੍ਰੋਬੇਬਿਲਿਟੀ ਨਾਲ ਤੁਸੀਂ ਪ੍ਰੂਵ ਕਰਨਾ ਹੁੰਦਾ। ਮਤਲਬ ਬਰਡਨ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ, ਜਿੱਦਾਂ ਵਿਦਹੋਲਡਿੰਗ ਆਫ ਰਿਮੂਵਲ ਦਾ 50% ਬਰਡਨ ਆ, ਅਸਾਈਲਮ ਦਾ ਜਿਹੜਾ 10% ਦੀ ਪ੍ਰੋਬੇਬਿਲਿਟੀ ਦਾ ਜਿਹੜਾ ਬਰਡਨ ਆ ਕਿ 10% ਜੇ ਤੁਸੀਂ ਸ਼ੋਅ ਕਰ ਦੋ ਕਿ ਚਾਂਸ ਹੈਗੇ ਆ ਕਿ ਤੁਹਾਡਾ ਧੱਕਾ ਹੋਊਗਾ ਤੇ ਤੁਹਾਨੂੰ ਅਸਾਈਲਮ ਮਿਲ ਜਾਂਦੀ, ਰਾਈਟ। ਸਿਰਫ 10% ਸ਼ੋ ਕਰਨਾ ਪੈਂਦਾ। 10% ਉਹ ਆ। ਵਿਦਹੋਲਡਿੰਗ ਆਫ ਰਿਮੂਵਲ ਜਿੱਦਾਂ 50% ਆ, ਠੀਕ ਆ, ਸਟੈਂਡਰਡ ਦਾ ਕੈਟ ਪ੍ਰੂਫ ਦਾ ਜਿਹੜਾ। ਤੇ 10% ਦੇ ਵਿੱਚ ਹੁਣ ਦੇਖੋ ਕਿ ਉਹ ਦੇਖਦੇ ਆ ਕਿ ਯਾਰ ਬੰਦੇ ਦੀ ਸਿੰਸੈਰਿਟੀ ਆਫ ਬਿਲੀਫ ਕੀ ਆ, ਕਿ ਬੰਦੇ ਨੂੰ ਪਤਾ ਆਪਣੇ ਧਰਮ ਬਾਰੇ, ਆਪਣੀ ਪੋਲਿਟਿਕਸ ਬਾਰੇ ਕੀ ਹੋ ਰਿਹਾ, ਕੰਟਰੀ ਦੇ ਇਲੈਕਸ਼ਨ ਜਿੱਦਾਂ ਕਿ ਲੋਕਾਂ ਨੂੰ ਹੁਣ ਕਈ ਨੂੰ ਉਹੀ ਨਹੀਂ ਪਤਾ ਕਿ ਯਾਰ ਨੈਸ਼ਨਲ ਇਲੈਕਸ਼ਨ ਜਿਹੜੇ ਹੋਏ ਆ, ਬੀਜੇਪੀ ਦੀਆਂ ਕਿੰਨੀਆਂ ਸੀਟਾਂ, ਕੋਲੀਸ਼ਨ ਗਵਰਨਮੈਂਟ ਕੀ ਆ, ਕਿੱਦਾਂ ਹੁੰਦੀ ਆ, ਮਤਲਬ ਕਿ ਉਹੀ ਫਿਰ ਕੋਰਟ ਹੈਰਾਨ ਹੁੰਦਾ ਕਿ ਯਾਰ ਤੁਸੀਂ ਪੋਲੀਟੀਕਲ ਅਸਾਈਲਮ ਦਾ ਕੇਸ ਕਿੱਦਾਂ ਲਾ ਸਕਦੇ ਆ, ਤੁਹਾਨੂੰ ਖੁਦ ਹੀ ਨਹੀਂ ਪਤਾ ਕਿ ਦੇਸ਼ ਦੇ ਵਿੱਚ ਕਿਹੜੀ ਹੁਣ ਯੂਪੀ ਤੋਂ ਜੇ ਬੰਦਾ ਆ ਰਿਹਾ, ਉਹ ਮੈਜੋਰਟੀ ਨਾਲ ਜਿਹੜੇ ਜੇ ਕੋਈ ਕਾਂਗਰਸ ਸਰਕਾਰ ਦੀਆਂ ਕਿੰਨੀਆਂ ਸੀਟਾਂ ਬੰਦੇ ਨੂੰ ਇਹੀ ਨਹੀਂ ਪਤਾ, ਹੈ ਨਾ। ਸੋ ਇਹ ਜਿਹੜੀਆਂ ਟੋਟਲੀ ਕਾਫੀ ਕੰਸਰਨਿੰਗ ਹੋ ਜਾਂਦੀਆਂ। ਤੇ ਵੈਸੇ ਵੀ ਇਨ ਜਨਰਲ ਕੰਸਰਨਿੰਗ ਆ ਕਿ ਅਸਾਈਲਮ ਓਵਰਆਲ ਸਾਰਿਆਂ ਲਈ ਕੰਸਰਨਿੰਗ ਆ, ਸਾਰੀ ਕਮਿਊਨਿਟੀ ਵਾਸਤੇ ਕੰਸਰਨਿੰਗ ਆ। ਕਿਉਂਕਿ ਦੇਖੋ ਹੁਣ ਜਦੋਂ ਜਿਹੜਾ ਬੰਦਾ ਸਿੰਸੀਅਰ ਵੀ ਹੈਗਾ, ਜਿੰਨਾ ਅਸਲੀ ਵੀ ਪ੍ਰੋਬਲਮ ਆ, ਉਹਦੇ ਲਈ ਵੀ ਪ੍ਰੋਬਲਮ ਆ, ਰਾਈਟ। ਕਿਉਂਕਿ ਫਿਰ ਸਾਰੇ ਮਿਕਸ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਕੌਣ ਜੈਨੂਇਨ ਆ, ਕੌਣ ਉਹ ਆ ਤੇ ਕੌਣ ਨਹੀਂ ਆ। ਕਿਉਂਕਿ ਜੱਜਾਂ ਦਾ, ਸਰਕਾਰੀ ਵਕੀਲਾਂ ਦਾ ਐਟੀਟਿਊਡ ਖਰਾਬ ਪਹਿਲਾਂ ਹੀ ਹੋ ਜਾਂਦਾ, ਫਿਰ ਹਨਾ ਇੰਪ੍ਰੈਸ਼ਨ ਪੈ ਜਾਂਦਾ ਬੰਦੇ ਦੇ ਉੱਤੇ। ਉਹ ਬੰਦੇ ਦੇ ਉੱਤੇ ਦੇ ਨਾਲ ਪੈਂਦਾ ਹੀ, ਮੈਨੂੰ ਲੱਗਦਾ ਪੂਰੀ ਕਮਿਊਨਿਟੀ ਦੇ ਉੱਤੇ ਵੀ ਇਸ ਚੀਜ਼ ਦਾ ਜਿਹੜਾ ਅਸਰ ਪੈ ਜਾਂਦਾ। ਹਾਂਜੀ, ਪੂਰੀ ਕਮਿਊਨਿਟੀ ਤੇ ਜਿਹੜਾ ਉਹ ਹੈਗਾ। ਸੋ ਪ੍ਰੋਬਲਮ ਕਾਫੀ ਜਿਹੜੀ ਹੈਗੀ ਹੁਣ, ਇਹ ਤਾਂ ਕਾਫੀ ਜਨਤਾ ਮਤਲਬ ਹੁਣ ਹਜ਼ਾਰਾਂ 'ਚ ਹੀ, ਲੱਖਾਂ 'ਚ ਹੀ ਆ, ਤੁਸੀਂ ਦੇਖ ਲਓ। ਫਿਰ ਬਾਕੀ ਹਿਸਾਬ ਆਪ ਹੀ ਲਗਾ ਕੇ ਕਿ ਕੋਰਟਸ ਦੇ ਵਿੱਚ ਜੱਜ ਹੁੰਨੇ ਗਾ। ਹੁਣ ਤਾਂ ਉਹਨਾਂ ਨੇ ਆਪਣੇ ਜਿੱਦਾਂ ਸੈਂਟਾਨਾ ਸੀਗੇ, ਟੀਮ A, ਟੀਮ B, ਟੀਮ C ਏਦਾਂ ਬਣਾਈਆਂ ਕਿ ਸਰਕਾਰੀ ਵਕੀਲ ਤੇ ਜੱਜ ਉਹਨਾਂ ਨੇ ਡਾਕਟ ਵੰਡੇ ਆ। ਤੇ ਜਿੱਦਣ ਮਤਲਬ ਹੁਣ ਪੰਜਾਬੀ ਇੰਟਰਪ੍ਰੇਟਰ ਉਹਨਾਂ ਨੇ ਬੁਲਾਇਆ ਤਾਂ ਜੱਜ ਨੇ ਸਾਰਾ ਜਿਹੜਾ ਉਹ ਪੰਜਾਬੀ ਵਾਲੇ ਕੇਸ ਜਿਹੜੇ ਸੁਣਨੇ ਆ ਸਵੇਰੇ ਸ਼ਾਮ, ਹੈ ਨਾ। ਤੇ ਉਹੀ ਜੱਜ ਆ ਜਿਹੜਾ ਸਟ੍ਰਿਕਟ ਆ, ਭਾਵੇਂ ਰਿਲੈਕਸਡ ਆ। ਤੇ ਸਰਕਾਰੀ ਵਕੀਲ ਵੀ ਉਹ ਕਹਿੰਦਾ ਕਿ ਆਫਟਰਨੂਨ 'ਚ ਵੀ ਕਹਿੰਦਾ ਤੁਸੀਂ ਮੇਰੇ ਸਾਹਮਣੇ, ਕਹਿੰਦਾ ਆਹੋ। ਤੇ ਕਹਿੰਦਾ ਆਪਣਾ ਨਦਰ ਪੰਜਾਬੀ ਕੇਸ ਤੇ ਨਦਰ ਜਾਂ ਹਰਿਆਣੇ ਵਾਲਾ ਕੇਸ, ਤੇ ਉਹ ਜਿਹੜਾ ਸੇਮ ਫਿਰ ਤੁਸੀਂ ਦੇਖ ਲਓ ਕਿ ਹੁਣ ਹਫਤਾ ਜੱਜ ਨੇ ਜਿਹੜੀ ਸੇਮ ਚੀਜ਼ ਜਿਹੜੀ ਵੇਖਣੀ ਆ, ਹੈ ਨਾ। ਤੇ ਉਹ ਤਾਂ ਕਰਕੇ ਜਿੱਦਾਂ ਡਾਕੂਮੈਂਟਸ ਆ ਕਿ ਜੇ ਬਾਈ ਡੋਨੇਸ਼ਨ ਹੈਗੀ ਆ ਤਾਂ ਉਹਦਾ ਅਸਲੀ ਪ੍ਰੂਫ ਦੇਖੋ। ਡੋਨੇਸ਼ਨ ਦਾ ਕੀ ਹੁੰਦਾ ਵਾ ਕਿ ਜੇ ਕਿਸੇ ਨੇ ਵਾਕਈ ਡੋਨੇਸ਼ਨ ਕੀਤੀ ਆ, ਉਹਦਾ ਪ੍ਰੂਫ ਇਹ ਹੁੰਦਾ ਕਿ ਤੁਹਾਡੇ ਬੈਂਕ 'ਚੋਂ ਜਿਹੜੇ ਪੈਸੇ ਕੱਟੇ ਹੋਏ ਆ, ਇਹ ਡੋਨੇਸ਼ਨ ਦਾ ਪ੍ਰੂਫ ਹੁੰਦਾ। ਕੋਈ ਪਰਚੀ ਜੀ ਜਿਹੜੀ ਲਿਆ ਕੇ ਉਹ ਡੋਨੇਸ਼ਨ ਦਾ ਪ੍ਰੂਫ ਨਹੀਂ ਹੁੰਦਾ। ਉਹ ਪ੍ਰੂਫ ਹੁੰਦਾ ਕਿ ਉੱਤੇ ਡਾਊਟ ਜਾਂਦਾ ਕਿ ਯਾਰ ਇਹ ਅਸਲੀ ਆ ਕਿ ਇਹ ਜੈਨੂਇਨ ਆ ਕਿ ਨਹੀਂ ਪਰਚੀ ਆ। ਸਰਕਾਰੀ ਕਹਿੰਦਾ ਤੂੰ ਮੈਨੂੰ ਬੈਂਕ ਦੀ ਐਕਟੀਵਿਟੀ ਕਿਉਂ ਨਹੀਂ ਨਾਲ ਦਿਖਾ ਰਿਹਾ ਕਿ ਬੈਂਕ 'ਚੋਂ ਜਿਹੜੇ ਪੈਸੇ ਗਏ। ਇਹ ਮੁੱਦੇ ਜਿਹੜੇ ਆ ਜਾਂਦੇ। ਹੁਣ ਦੇਖੋ ਜਿੱਦਾਂ ਤੁਸੀਂ ਕਿਹਾ ਕਿ 4 ਸਾਲ ਹੋ ਗਏ ਡਿਸਕਸ ਕਰਦੇ, ਤੁਹਾਡਾ ਜਿਹੜਾ ਸਵਾਲ ਸੀਗਾ ਕਿ ਕੋਈ ਫਰਕ ਪਿਆ ਕਿ ਨਹੀਂ ਪਿਆ, ਫਰਕ ਪਿਆ ਵਾ। ਕਈ ਹੁਣ ਸਾਨੂੰ ਸ਼ੋਅ ਸੁਣਦੇ ਆ, ਹੁਣ ਵੀ ਸੁਣ ਰਹੇ ਆ, ਭਾਵੇਂ ਉਹਨਾਂ ਦੇ ਪਾਸ ਹੋ ਗਏ ਆ ਫਿਰ ਵੀ ਸੁਣ ਰਹੇ ਆ। ਟਿਕਟੋਕ ਰਾਹੀਂ, ਇੰਸਟਾਗ੍ਰਾਮ ਰਾਹੀਂ, ਕਈ ਵਾਰੀ ਰੇਡੀਓ ਤੇ ਵੀ ਕਾਲ ਕਰਕੇ ਵੀ ਕਹਿੰਦੇ ਕਿ ਧੰਨਵਾਦ ਤੁਹਾਡਾ, ਸੁਣਦੇ ਸੀਗੇ, ਸਾਡਾ ਪਾਸ ਹੋ ਗਿਆ। ਬਿਲਕੁਲ ਜੀ ਜੀ। ਬੰਦੇ ਆ ਕਿੱਦਾਂ ਕੀ ਆ, ਕੋਰਟ ਦੀਆਂ ਪ੍ਰੋਬਲਮ ਦਾ ਪਤਾ, ਕਈ ਨਹੀਂ ਲਾਪਰਵਾਹ ਵੀ ਹੈਗੇ ਆ ਬੰਦੇ। ਸੋ ਇਹ ਡਿਪੈਂਡ ਕਰਦਾ ਬੰਦੇ ਨੂੰ ਕਿੰਨਾ ਕੀ ਆ, ਹਾਂਜੀ ਕਿੰਨਾ ਉਹ ਆ ਜੈਨੂਇਨ, ਕਿੰਨਾ ਬੰਦਾ ਕਿੰਨੇ ਉਹਦੇ ਕਨਵਰਸੇਸ਼ਨ 'ਚ ਜਿਹੜਾ ਇੰਗੇਜ ਕਰ ਸਕਦਾ। ਤੇ ਇਸ ਲਈ ਹੁਣ ਮੈਂ ਕਿਹਾ ਬਾਹਰ ਬੰਦਾ ਜਿੰਨਾ ਮਰਜ਼ੀ ਸ਼ੇਰ ਬਣ ਜਾਵੇ, ਜਦੋਂ ਜੱਜ ਮੁਰੇ ਕਈ ਵਾਰੀ ਜਾ ਕੇ ਬੰਦਾ ਬਹਿੰਦਾ ਤਾਂ ਵਕੀਲ ਵੀ ਦੇਖਦਾ ਕਿ ਯਾਰ ਇਹ ਬੰਦਾ ਤਾਂ ਚੇਂਜ, ਪਹਿਲਾਂ ਤਾਂ ਗੱਲਾਂ ਹੋਰ ਕਰਦੇ ਸੀ, ਹੁਣ ਥੋੜਾ ਹੋਰ ਹੋ ਗਿਆ, ਆਵਾਜ਼ ਨਹੀਂ ਨਿਕਲਦੀ, ਹੈ ਨਾ। ਫੇਰ ਨਹੀਂ, ਫਿਰ
ਫੇਰ ਨਹੀਂ ਕੋਈ ਚਿੱਤੇ ਆਉਂਦਾ ਤੇ ਨਾ ਹੀ ਫੇਰ ਮੈਂ ਕਿਹਾ ਕੋਈ ਉਹ ਹੈ। ਤਾਂ ਬਾਹਰ ਬਹੁਤ ਸਲਾਹਾਂ ਹੁੰਦੀਆਂ ਬੰਦਿਆਂ ਨੂੰ ਕਮਿਊਨਿਟੀ ਦੀਆਂ ਕਿ ਉਹ ਦੇਖੋ ਏਦਾਂ ਕਿ ਜਿਹੜੇ ਬੰਦੇ ਦਾ ਕੇਸ ਪਾਸ ਹੋ ਗਿਆ ਉਹ ਭਾਵੇਂ ਵੀਕ ਵਿਟਨੈਸ ਹੋਵੇ, ਉਹਨੇ ਹੁਣ ਮੈਨੂੰ ਲੱਗਦਾ ਕਿ ਬਾਹਰ ਜਾ ਕੇ ਉਹਨੇ ਬਾਕੀਆਂ ਨੂੰ 4 ਸਲਾਹਾਂ ਦੇਣੀਆਂ ਕਿ ਏਦਾਂ ਸੀ, ਉਦਾਂ ਸੀਗਾ, ਆਹ ਸੀਗਾ, ਉਹ ਸੀਗਾ। ਤੇ ਪੀਡੀ ਦੀ ਜਿੱਦਾਂ ਖਾਸ ਕਰਕੇ ਨਾ ਉਹਨਾਂ ਦੇ ਨਾ ਪੀਡੀ ਨਾਲ ਨਹੀਂ, ਜੋ ਮਰਜ਼ੀ ਕਰ ਲਾ ਪੀਡੀ ਨਾਲ ਨਹੀਂ। ਤੇ ਉਹ ਸ਼ਾਇਦ ਬੰਦੇ ਨੂੰ ਲੱਗ ਰਿਹਾ ਹੋਣਾ ਕਿ ਮੈਂ ਬੜਾ ਵੱਡਾ ਬੰਦਾ ਪਿਆ ਕਿ ਕਿਸੇ ਨੂੰ ਮੈਂ ਕਹਿਣ ਦਿਆਂ ਕਿ ਪੀਡੀ ਨਾਲ ਨਹੀਂ, ਪੀਡੀ ਨਾਲ ਨਹੀਂ। ਬੰਦੇ ਨੂੰ ਪੁੱਛ, ਕਈ ਜਿਹਨਾਂ ਦੀ ਲੈਣੀ ਵੀ ਬਣਦੀ ਹੈ ਪੀਡੀ, ਉਹ ਵੀ ਬੰਦਾ ਕਈ ਵਾਰੀ ਮਨਾ ਕਰ ਦਿੰਦਾ ਸਰਕਾਰੀ ਵਕੀਲਾਂ ਦੀ। ਮੈਂ ਤਾਂ ਕਹੀ ਜਾਨੀ ਤੈਨੂੰ ਕਿ ਤੇਰੇ ਡਾਕੂਮੈਂਟ ਫੇਕ ਆ, ਮੈਂ ਪਾਸ ਨਹੀਂ ਕਰਨਾ, ਜੋ ਹੋਊਗਾ ਦੇਖੀ ਆ। ਤੇ ਜਦੋਂ ਕੇਸ ਫਿਰ ਡਿਨਾਈ ਹੋਇਆ ਤੇ ਫਿਰ ਨਾਲ ਹੀ ਪੀਡੀ ਚੇਤੇ ਆ ਜਾਂਦੀ ਹੈ ਨਾ। ਤੇ ਫਿਰ ਕਈ ਵਾਰੀ ਬਾਅਦ 'ਚ ਵੀ ਬੰਦੇ ਕਹਿੰਦੇ ਕਿ ਯਾਰ ਭਾਜੀ ਸਮਝ ਨਹੀਂ ਆਇਆ ਸੀ ਪੀਡੀ ਕੀ ਹੈ। ਸਮਝ ਕਿੱਦਾਂ ਨਹੀਂ ਆਇਆ ਤਾਂ ਤੈਨੂੰ ਬੜੇ ਆਰਾਮ ਨਾਲ ਸੀਗਾ ਕਿ ਪੀਡੀ ਕੀ ਆ। ਤੇ ਤੈਨੂੰ ਮੈਂ ਕਿਹਾ ਵੀ ਸੀ ਕਿ ਸਰਕਾਰੀ ਵਕੀਲ ਕਹਿੰਦੀ ਕਿ ਡਾਕੂਮੈਂਟ ਫਰਾਡ ਆ, ਮੈਂ ਨਹੀਂ ਕਰਨਾ ਪਾਸ। ਉਹ ਕੇਸਾਂ 'ਚ ਵੀ ਬੰਦਾ ਆ ਕੇ ਕਹਿ ਰਿਹਾ ਕਿ ਨਹੀਂ ਮੈਂ ਪੀਡੀ ਨਹੀਂ ਲੈਣੀ, ਜੋ ਮਰਜ਼ੀ ਹੋ ਜਾਵੇ। ਜਿਹੜੇ ਬੰਦੇ ਦੀ ਜ਼ੁਬਾਨ ਨਹੀਂ ਨਿਕਲਦੀ ਉਹ ਕਹਿੰਦਾ ਮੈਂ ਪੀਡੀ ਨਹੀਂ ਲੈਣੀ। ਤਾਂ ਪੀਡੀ ਕੀ ਚੀਜ਼ ਆ? ਪੀਡੀ ਸਿਰਫ ਇੱਕ ਅੱਖਰ ਆ, ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ। ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਦਾ ਮਤਲਬ ਇਹ ਹੈ ਕਿ ਤੁਹਾਡਾ ਕੇਸ ਜਿਹੜਾ ਹੈਗਾ, ਜੇ 2020 ਤੋਂ ਤੁਸੀਂ ਪਹਿਲਾਂ ਆਏ ਆ, ਹਾਂਜੀ, ਤੇ ਉਦੋਂ ਸਰਕਾਰੀ ਵਕੀਲ ਕੋ ਫੁੱਲ ਅਥਾਰਟੀ ਹੁੰਦੀ ਆ, ਉਹ ਪੀਡੀ ਦੇ ਸਕਦਾ ਵਾ। ਜਿਹੜੇ 2020 ਤੋਂ ਬਾਅਦ ਵਾਲੇ ਆ, ਉਹਨਾਂ 'ਚ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਸਰਕਾਰੀ ਵਕੀਲ ਨੂੰ। ਇੰਨਾ ਸੌਖਾ ਹੋਣ ਲਈ ਨਹੀਂ ਹੁੰਦਾ। ਜੱਜ ਤੋਂ ਨਹੀਂ, ਆਪਣੇ ਡਿਪਾਰਟਮੈਂਟ ਤੋਂ ਕਿ ਆਪਾਂ ਪੀਡੀ ਆਫਰ ਕਰਨੀ ਆ ਕਿ ਨਹੀਂ ਕਰਨੀ ਆ। ਤੁਹਾਨੂੰ ਫਿਰ ਪਲੱਸ ਜਿਹੜੇ ਚਾਹੀਦੇ ਆ, ਯੂਐਸ ਸਿਟੀਜ਼ਨ ਵਾਈਫ ਜਾਂ ਬੱਚਾ ਜਾਂ ਹੋਰ ਕੋਈ, ਹਨਾ। ਤੇ ਪੀਡੀ ਦੀ ਰਿਕੁਐਸਟ ਹੁਣ ਕੀ ਹੁੰਦੀ ਆ ਕਿ ਜਿਹੜਾ ਸਰਕਾਰੀ ਵਕੀਲ ਆ ਤੁਹਾਡਾ ਕੇਸ ਡਿਸਮਿਸ ਕਰ ਦਿੰਦਾ ਕਿ ਮੈਂ ਇੱਥੇ ਕੋਰਟ ਦੇ ਵਿੱਚ ਪ੍ਰੋਸੀਕਿਊਟ ਨਹੀਂ ਕਰਨਾ। ਉਹਦਾ ਮਤਲਬ ਇਹ ਨਹੀਂ ਕਿ ਤੁਹਾਡਾ ਕੇਸ ਫੇਲ ਹੋ ਗਿਆ। ਬੜੇ ਸਾਰੇ ਲੋਕ ਇਹੀ ਸਮਝਦੇ ਕਿ ਕੇਸ ਫੇਲ ਹੋ ਗਿਆ। ਉਹਦਾ ਮਤਲਬ ਸਿਰਫ ਇਹੀ ਹੈ ਕਿ ਕੋਰਟ ਦੇ ਮੂਹਰੇ ਨਹੀਂ, ਤੁਸੀਂ ਅਸਾਈਲਮ ਆਫਿਸ ਦੇ ਮੂਹਰੇ ਜਾ ਕੇ ਆਪਣਾ ਕੇਸ ਜਿਹੜਾ ਲਾ ਸਕਦੇ ਆ। ਮਤਲਬ ਤੁਹਾਨੂੰ ਇੱਕ ਉਹਨਾਂ ਨੇ ਹੋਰ ਮੌਕਾ ਦੇ ਦਿੱਤਾ। ਥੋੜਾ ਜਿਹਾ ਜ਼ਿਆਦਾ ਲੱਗੂਗਾ, ਪਰ ਤੁਸੀਂ ਅਸਾਈਲਮ ਆਫਿਸ ਮੂਹਰੇ ਜਾ ਸਕਦੇ ਆ। ਉੱਥੇ ਤੁਹਾਡਾ ਮੌਕਾ ਮਿਲ ਗਿਆ। ਉੱਥੇ ਤੁਹਾਡੇ ਜੱਜ ਮੂਹਰੇ ਨਹੀਂ, ਤੁਹਾਡੀ ਅਸਾਈਲਮ ਆਫਿਸਰ ਮੂਹਰੇ ਪੇਸ਼ੀ ਆ, ਜਿਹੜਾ ਕਿ ਥੋੜਾ ਜਿਹਾ ਈਜ਼ੀ ਆ। ਤੇ ਤੁਹਾਨੂੰ ਕੱਟਣ ਲਈ ਸਰਕਾਰੀ ਵਕੀਲ ਨਹੀਂ ਬੈਠਾ। ਤੇ ਉਹ ਬੜਾ ਵੱਡਾ ਫੈਕਟਰ ਜਿਹੜਾ ਉਹ ਹੁੰਦਾ। ਤੇ ਕਈ ਕੇਸਾਂ ਦੇ ਵਿੱਚ ਇਹ ਹੈ ਕਿ ਜਿਹਨਾਂ ਦੇ ਵਿੱਚ ਬੰਦਾ ਬਹੁਤ ਵੀਕ ਵਿਟਨੈਸ ਆ, ਜਿਹਨੂੰ ਪਤਾ ਨਹੀਂ ਹੈ, ਹਨਾ। ਤੇ ਉਹ ਕਈ ਵਾਰੀ ਏਦਾਂ ਕਿ ਜੀ ਰੱਬ ਮਿਹਰ ਕਰੂਗਾ, ਚਲੀਏ ਜੀ। ਹੁਣ ਮੈਂ ਕਿਹਾ ਯਾਰ ਰੇਟਿੰਗ ਤਾਂ ਦੇਖ ਲਾ ਜੱਜ ਦੀ ਕਿੱਦਾਂ ਵਾ, ਹਨਾ। ਕਿ ਜੇ 10% ਰੇਟਿੰਗ ਵਾਲਾ ਵੀ ਆ, ਹੁਣ ਦੇਖੋ ਜੇ ਤੁਸੀਂ ਸਾਡਾ ਰੈਕੋਰਡ ਚੈੱਕ ਕਰੋ, ਬੜੇ ਔਖੇ ਤੋਂ ਔਖੇ ਗੁੰਝਲਦਾਰ ਕੇਸ ਜਿਹੜੇ ਪਾਸ ਕਰਾਏ ਹੋਏ ਆ। ਹਾਂਜੀ, ਹਰੇਕ ਕੇਸ ਦੇ ਵਿੱਚ ਜਿਹੜਾ ਕਈ ਕੁਝ ਵੇਖਣਾ ਪੈਂਦਾ ਕਿ ਮੁੱਦਾ ਕੀ ਆ, ਤੇ ਸਰਕਾਰੀ ਵਕੀਲ ਦਾ ਕੀ ਐਟੀਟਿਊਡ ਆ, ਜੱਜ ਸਾਹਿਬ ਦਾ ਕੀ ਐਟੀਟਿਊਡ ਆ। ਤੇ ਕਈ ਕੇਸਾਂ ਦੇ ਵਿੱਚ ਜਿਹੜੀ ਪੀਡੀ ਉਹ ਬੈਨੀਫੀਸ਼ੀਅਲ ਹੋ ਜਾਂਦੀ ਹੈ, ਸਪੈਸ਼ਲੀ ਜੇ ਬੰਦੇ ਨੇ ਵਿਆਹ ਕਰਾਇਆ ਹੋਇਆ ਸਿਟੀਜ਼ਨ ਨਾਲ ਜਾਂ ਗ੍ਰੀਨ ਕਾਰਡ ਹੋਲਡਰ ਨਾਲ। ਤੇ ਜੇ ਆਪਸ਼ਨਸ ਹੈਗੀਆਂ ਤਾਂ ਜ਼ਰੂਰ ਉਹ ਲਓ, ਕਿਉਂਕਿ ਅਸਾਈਲਮ ਲੜਦੇ ਆ ਤਾਂ ਹਮੇਸ਼ਾ ਜੱਜ ਦੇ ਪਰਸਪੈਕਟਿਵ ਤੇ ਬਣ ਜਾਂਦੀ ਹੈ ਗੱਲ। ਤੇ ਕਦੀ ਏਦਾਂ ਨਹੀਂ ਕਿ ਕੋਈ ਉਹਦੀ 100% ਨਹੀਂ ਗਰੰਟੀ ਲੈ ਸਕਦਾ ਹੁੰਦਾ ਕੋਈ ਵੀ, ਭਾਵੇਂ ਜਿੰਨਾ ਮਰਜ਼ੀ ਤਕੜੇ ਤੋਂ ਤਕੜਾ ਕੇਸ ਹੋਵੇ। ਈਵਨ ਅੰਮ੍ਰਿਤਪਾਲ ਜਿਹੜਾ ਕੇਸ ਸੀਗਾ, ਉਹਦੇ ਵਿੱਚ ਵੀ ਮਾਮਲਾ ਬੜਾ ਉਲਝ ਗਿਆ ਸੀਗਾ, ਨਾਟ ਔਨ ਪੋਲਿਟਿਕਸ। ਹਾਂਜੀ, ਤੇ ਤਾਂ ਕਰਕੇ ਹੈ ਕਿ ਸਾਰਾ ਜਿਹੜੀ ਜਨਤਾ, ਜਿਹੜੀ ਅਵੇਅਰ ਜਨਤਾ ਜਿਹੜੀ ਸੁਣ ਰਹੀ ਹੈ, ਜਿਹਨੂੰ ਪਤਾ ਐਗਜ਼ੈਕਟਲੀ ਕੀ ਹੋ ਰਿਹਾ, ਇਨਫੋਰਮਡ ਆ ਜਿਹੜੀ ਜਨਤਾ। ਤਾਂ ਸ਼ੋਅ ਦਾ ਮਕਸਦ ਕੀ ਸੀਗਾ ਕਿ ਜਨਤਾ ਜਿਹੜੀ ਕਿ ਇਨਫੋਰਮ ਹੋਵੇ, ਇੰਟੈਲੀਜੈਂਟ ਜਨਤਾ ਜਿਹੜੀ ਜੁੜੇ ਸਾਡੇ ਸ਼ੋਅ ਦੇ ਨਾਲ। ਉਹਨਾਂ ਨੂੰ ਜਿਹੜੀ ਫਾਇਦਾ ਕਰਨਾ ਆਪਣੇ ਕੇਸ ਦੇ ਵਿੱਚ, ਉਹਨਾਂ ਨੂੰ ਫਾਇਦਾ ਹੋਊਗਾ। ਕਮਿਊਨਿਟੀ ਨੂੰ ਵੀ, ਹਨਾ, ਥੋੜਾ ਜਿਹਾ ਐਜੂਕੇਟ ਕਰਨ, ਕਮਿਊਨਿਟੀ ਨੂੰ ਥੋੜਾ ਅਪਗ੍ਰੇਡ ਕਰਨ। ਇਹ ਤਾਂ ਹੁਣ ਏਦਾਂ ਲੱਗ ਰਿਹਾ ਕਿ ਵਿੱਚ ਕੇ ਜਿਹੜੇ ਪੁਰਾਣੇ ਵਕੀਲਾਂ ਤੋਂ ਸਾਡੇ ਕੋਲ ਲੋਕ ਆਏ ਸੀਗੇ, ਉਹ ਜ਼ਰੂਰ ਅਪਗ੍ਰੇਡਡ ਸੀਗੇ ਸੁਣ ਕੇ ਕਿ ਯਾਰ ਸਾਨੂੰ ਪਤਾ ਲੱਗ ਗਿਆ ਏਦਾਂ। ਪਰ ਹੁਣ ਏਦਾਂ ਕਿ ਆਪਣਾ ਵੀ ਹੁਣ ਦੇਖੋ ਸ਼ੋਅ ਚੱਲ ਪਿਆ, ਨਾਮ ਚੱਲ ਪਿਆ, ਉਹਦੇ ਨਾਲ ਕੀ ਹੈ ਕਿ ਹੁਣ ਜਿਹੜੀ ਪਰ ਨਵੀਂ ਜਨਤਾ ਕਿਸੇ ਨੇ ਕਈ ਵਾਰੀ ਨਹੀਂ ਵੀ ਸੁਣਿਆ ਹੁੰਦਾ ਕੁਝ ਵੀ। ਕਈ ਵਾਰੀ ਮੈਂ ਉੱਦਾਂ ਪੁੱਛਦਾ ਯਾਰ ਤੂੰ ਕਿਵੇਂ, ਪੁੱਛਦਾ ਕਿ ਯਾਰ ਦੂਜੀ ਸਟੇਟ 'ਚ ਕਿਉਂ ਨਹੀਂ ਜਾ ਸਕਦਾ? ਕਹਿੰਦਾ ਯਾਰ ਆਧਾਰ ਕਾਰਡ, ਪੈਨ ਕਾਰਡ ਤੋਂ ਟਰੈਕ ਕਰ ਲੈਣਾ। ਮੈਂ ਕਦੀ ਸੁਣਿਆ? ਸਾਨੂੰ ਕਹਿੰਦਾ ਨਹੀਂ ਯਾਰ ਸੁਣਿਆ ਨਹੀਂ। ਕਹਿੰਦਾ ਮੈਂ ਫਿਰ ਕਿੱਦਾਂ? ਕਹਿੰਦਾ ਵੈਸੇ ਹੀ ਫੈਡਾ ਫੁੰਡਾ ਤੋਂ ਸੀਗਾ ਵਾਲਾ ਵਕੀਲ ਕਰ ਲਈਏ। ਹੁਣ ਦੇਖੋ ਰੀਲੋਕੇਸ਼ਨ ਤੇ ਕਿੱਦਾਂ, ਮੈਂ ਕਿਹਾ ਐਪੀਸੋਡ ਤੇ ਐਪੀਸੋਡ ਕਿੰਨਾ ਕੁਛ ਆਪਾਂ, ਹਨਾ, ਕਿੰਨੇ ਆਰਕੇ ਦਾ ਕਿੰਨੀ ਦੀ ਆਪਾਂ ਕੀਤਾ। ਹੁਣ ਕਈ ਵਾਰੀ ਬੰਦੇ ਦੀ ਤਰੀਕ ਚੜੀ ਹੁੰਦੀ, ਉਹਨੇ ਸ਼ੋਅ ਨਹੀਂ ਵੇਖਿਆ, ਕੁਛ ਨਹੀਂ ਦੇਖਿਆ, ਕੰਮਾਂ ਕਾਰਾਂ 'ਚ ਕਈ ਵਾਰੀ ਬੰਦੇ ਜਿਹੜੇ ਬਿਜ਼ੀ ਹੋ ਜਾਂਦੇ, ਹਨਾ। ਤੇ ਕਈ ਸਾਰੇ ਜਿਹੜੇ ਫੈਕਟਰ ਉਹ ਹੈਗੇ ਆ। ਪਰ ਇਹ ਹੈ ਕਿ ਹੁਣ ਦੇਖੋ, ਹੁਣ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇ। ਤੇ